ਡਾਕਟਰ ਸਾਹਿਬ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਪਾਕਿਸਤਾਨ ਦੇ ਉਹ ਲਿਖਾਰੀ ਜੇ ਜਿਨ੍ਹਾਂ ਦਾ ਲਿਖਿਆ ਦੁਨੀਆ ਦੀ ਸ਼ਾਇਦ ਹੀ ਕੋਈ ਜ਼ੁਬਾਨ ਐਸੀ ਹੋਵੇ ਜਿਹਦੇ 'ਚ ਨਾ ਗਾਇਆ ਗਿਆ ਹੋਵੇ। ਇਹ ਮੈਂ ਨਹੀਂ ਦੱਸਦਾ, ਇਹ ਗੂਗਲ ਦੇ ਆਦਾਦੋ ਸ਼ੁਮਾਰ ਹੈ। ਅੱਜ ਕੱਲ ਇੰਟਰਨੈਟ ਹੈ ਜਿਹੜਾ ਉਹਨੇ ਤੇ ਇਹ ਕੰਮ ਹੋਰ ਆਸਾਨ ਕਰ ਦਿੱਤਾ। ਇਹ ਸਾਰੇ ਪੈਂਡੇ ਨੇ ਜਿਹੜੇ ਇਹਨਾਂ ਨੂੰ ਪੂਰਦਿਆਂ ਅੱਜ ਤੁਸੀਂ ਇਹ ਜਿਹੜਾ ਇਹ ਕੰਮ ਕੀਤਾ ਉਹਦੇ 'ਚ ਇੱਕ ਬੜਾ ਮਾਣਯੋਗ ਕੰਮ ਹੈ ਤੁਹਾਡਾ ਉਸਤਾਦ ਦਾਮਨ ਹੋਣਾ। ਤੇ ਉਹ ਜਿਹੜੇ ਹਜ਼ਰਤ ਸ਼ਾਹ ਹੁਸੈਨ ਦੀ ਕੋਠੜੀ ਦੇ ਵਿੱਚ ਰਹੇ ਔਰ ਉਸ ਤੋਂ ਬਾਅਦ ਉਹਨਾਂ ਦੇ ਮੌਣ ਦੇ ਨਾਲ ਹੀ ਇਹ ਖਤਰਾ ਸੀਗਾ ਕਿ ਸਭ ਕੁਝ ਜਾਂਦਾ ਰਹੇਗਾ, ਤੁਸੀਂ ਉਹਨਾਂ ਦੇ ਕੁੱਲ ਕਲਾਮ ਨੂੰ ਬੰਦ ਕੀਤਾ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹ ਕੰਮ ਆ ਜਿਹੜਾ ਇਹਦੇ 'ਚ ਪਹਿਲਾਂ ਤਾਂ ਇਹਨੂੰ ਕੀਤਾ ਕਿੱਦਾਂ ਔਰ ਫਿਰ ਔਖਲਾਂ ਕੀ ਸਨ? ਥੈਂਕ ਯੂ, ਬੜਾ ਅੱਛਾ ਸਵਾਲ ਹੈ। ਮੈਂ ਅਸਲ 'ਚ ਇੱਕ ਜ਼ਮਾਨਾ ਸੀ ਜਦੋਂ ਮੇਰੇ ਕੋਲੋਂ ਜੰਗ ਪਬਲਿਸ਼ਰ ਨੇ ਇਕਬਾਲ ਸਾਜਦ, ਇੱਕ ਮਾਡਰਨ ਗਜ਼ਲ ਦਾ ਸ਼ਾਇਰ ਹੈ, ਉਹਦਾ ਕਲਾਮ ਜਿਹੜਾ ਹੈ ਉਹ ਕੰਪਾਈਲ ਕਰਵਾਇਆ ਸੀ ਤੇ ਅਸਾਸਾ ਦੇ ਨਾਂ ਤੋਂ ਉਹਦੀ ਬੜੀ ਧੁੰਮ ਪਈ ਸਾਰੀ। ਮਤਲਬ ਉਹ ਤੇ ਟਾਕ ਆਫ ਦਾ ਡੇ, ਮਤਲਬ ਟਾਕ ਆਫ ਦਾ ਟਾਊਨ ਹੁੰਦੀ ਸੀ ਉਹ ਕਿਤਾਬ ਜਿਹੜੀ ਹੈ। ਤੇ ਜੰਗ ਨੇ ਮੈਨੂੰ ਕਿਹਾ ਕਿ ਤੁਸੀਂ ਇੰਜ ਕਰੋ ਕਿ ਉਸ ਵੇਲੇ ਇਹ ਗੱਲ ਕੋਈ 91-90 ਦੀ ਹੈ ਤੇ ਉਸਤਾਦ ਦਾਮਨ ਨੂੰ ਮਰਿਆ 5-6 ਸਾਲ ਹੋਏ ਸੀ। ਤੇ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇੰਜ ਕਰੋ ਕਿ ਤੁਸੀਂ ਕਿਤੇ ਸਾਨੂੰ ਦਾਮਨ ਵੀ ਸੋਧ ਦਿਓ ਤੇ ਕਿੰਨਾ ਅੱਛਾ ਹੋਏਗਾ। ਮੈਂ ਕਿਹਾ ਜੀ ਮੈਂ ਤੁਹਾਨੂੰ ਸੋਧ ਦਿੰਦਾ। ਮੈਂ ਤੇ ਉਹਨਾਂ ਦਿਨਾਂ 'ਚ ਮਤਲਬ ਜ਼ਰਾ ਵਿਹਲਾ ਸੀ। ਮੈਂ ਕਿਹਾ ਜੀ ਠੀਕ ਹੈ ਮੈਂ ਕਰਨਾ ਕੰਮ। ਮੈਂ ਉਹਦੇ ਲਈ ਜਦੋਂ ਘੁੰਮਣਾ ਫਿਰਨਾ ਸ਼ੁਰੂ ਕੀਤਾ, ਚੀਜ਼ਾਂ ਤਲਾਸ਼ ਕਰਨੀਆਂ ਸ਼ੁਰੂ ਕੀਤੀਆਂ ਤੇ ਮੈਂ ਦੇਖਿਆ ਕਿ ਜਗ੍ਹਾ ਜਗ੍ਹਾ ਜਾਰਾਦਾਰੀਆਂ ਸਨ, ਜਗ੍ਹਾ ਜਗ੍ਹਾ ਲੋਕ ਕਲਾਮ ਦਬਾ ਕੇ ਬੈਠੇ ਹੋਏ ਸਨ ਤੇ ਜਿਹਦੇ ਕੋਲ ਜਿੰਨਾ ਸੀ ਉਹਦੇ ਉੱਤੇ ਜਿਵੇਂ ਬੰਦਾ ਸੱਪ ਬਣ ਕੇ ਬੈਠਾ ਹੁੰਦਾ ਨਾ, ਇਸ ਤਰ੍ਹਾਂ ਸੀ ਚੀਜ਼ਾਂ। ਲੇਕਿਨ ਮੈਂ ਇੱਕ ਚੀਜ਼ ਜਿਹੜੀ ਹੈ ਉਹ ਲੱਭੀ। ਮਸਲਨ ਮੈਂ ਸ਼ੁਕਰਗੁਜ਼ਾਰ ਹਾਂ ਸਾਈਂ ਅਖਤਰ ਹੋਰਾਂ ਦਾ, ਉਹਨਾਂ ਨੇ ਬਾਸ ਚੀਜ਼ਾਂ ਦਿੱਤੀਆਂ ਮੈਨੂੰ। ਫਿਰ ਮੈਨੂੰ ਪਤਾ ਸੀ ਕਿ ਉਸਤਾਦ ਦਾਮਨ ਨੇ ਅੱਛਾ ਉਸ ਜ਼ਮਾਨੇ ਤੱਕ ਕਈ ਲੋਕ ਸਨ ਜਿਹੜੇ ਜ਼ਿੰਦਾ ਸਨ ਜਿਨ੍ਹਾਂ ਨੂੰ ਦਾਮਨ ਯਾਦ ਸੀ, ਜ਼ੁਬਾਨੀ ਯਾਦ ਸੀ। ਅੱਛਾ ਉਹਨੇ ਜਿੰਨੇ ਕੋਈ ਚੀਜ਼ ਸੁਣਾਣੀ ਉਹ ਮੈਂ ਲਿਖ ਲੈਣੀ। ਤੇ ਫਿਰ ਮੈਂ ਸਟੂਡੀਓਜ਼ ਦੇ ਚੱਕਰ ਲਾਏ। ਉਸ ਜ਼ਮਾਨੇ 'ਚ ਫਿਲਮ ਵੀ ਅਜੇ ਬਾਕੀ ਸੀ, ਪਾਕਿਸਤਾਨੀ ਫਿਲਮ ਜਿਹੜੀ ਹੈ ਨਾ। ਤੇ ਮੈਂ ਉਹਨਾਂ ਆਫਿਸਿਸ ਵਿੱਚ ਗਿਆ ਜਿਨ੍ਹਾਂ ਦੇ ਵਿੱਚ ਜਿੱਥੋਂ ਫਿਲਮਾਂ ਰਿਲੀਜ਼ ਹੁੰਦੀਆਂ ਸੀ ਤੇ ਜਿਨ੍ਹਾਂ ਦੇ ਗਾਣੇ ਲਿਖੇ ਹੋਏ ਸੀ ਦਾਮਨ ਨੇ। ਮਸਲਨ ਨਾ ਮੈਂ ਸੋਨੇ ਦੀ ਨਾ ਮੈਂ ਚਾਂਦੀ ਦੀ, ਮੈਂ ਪਿੱਤਲ ਭਰੀ ਮੈਂ ਨੱਚਾਂ ਸਾਰੀ ਰਾਤ। ਜਾਂ ਉਹ ਜਿਹੜੀ ਮਿਰਜ਼ਾ ਜੱਟ ਦੇ ਗਾਣੇ ਸਨ, ਪੱਤਨ ਚਨਾ ਦੇ ਜੰਗਲ ਬੇਲੇ ਮੱਝੀਆਂ ਦੇਣ ਦੁਹਾਈਆਂ ਕਾਨੂੰ ਦੇਣਾ ਲਾਈਆਂ ਜੱਟਾਓ। ਤੇ ਉਹ ਫਿਰ ਮੈਂ ਸਾਰੇ ਜਿੱਥੇ ਮੈਨੂੰ ਪਤਾ ਚੱਲਦਾ ਸੀ ਨਾ ਕਿ ਕੋਈ ਦਾਮਨ ਦੀ ਕੋਈ ਚੀਜ਼ ਮੌਜੂਦ ਹੈ, ਮੈਂ ਉੱਥੇ ਜਾਂਦਾ ਸੀ। ਬਹਰਹਾਲ ਉਹ ਫਿਰ ਕਰਦਿਆਂ ਕੋਈ ਸਾਲ ਡੇਢ ਲੱਗਾ ਤਾਂ ਅੱਛਾ ਖਾਸਾ ਮੁਸਵਦਾ ਤਿਆਰ ਹੋ ਗਿਆ। ਉਹ ਹੁਣ ਮੁਸਵਦਾ ਜਿਹੜਾ ਸੀ ਉਹ ਮੇਰੀ ਫਿਰ ਬਤੌਰ ਲੈਕਚਰਰ ਪੋਸਟਿੰਗ ਹੋ ਗਈ ਔਰ ਹੋ ਗਈ ਜੇਲਮ ਬਹੁਤ ਦੂਰ। ਤੇ ਮੈਂ ਫਿਰ ਕਦੀ ਕਦਾਈ ਆਉਂਦਾ ਸੀ ਤੇ ਉਨੀ ਦੇਰ ਨੂੰ ਜੰਗ ਜਿਹੜਾ ਸੀ ਉਹਨੇ ਆਪਣੀਆਂ ਵੀ ਕਿਤਾਬਾਂ ਛਾਪਣ ਦਾ ਜਿਹੜਾ ਸੀ ਨਾ, ਉਹਨੇ ਕਿਹਾ ਅਸੀਂ ਸਿਰਫ ਸਿਆਸੀ ਕਿਤਾਬਾਂ ਛਾਪਨੇ ਆ। ਇਹ ਫਿਰ ਮੁਸਵਦਾ ਪਿਆ ਰਿਹਾ, ਇਹ ਕਰਸਾ ਪਿਆ ਰਿਹਾ ਔਰ ਇਹਦੇ ਵਿੱਚ ਕਈ ਪੰਜਾਬੀ ਐਸੇ ਪਏ। ਮੈਂ ਇਹਦੇ ਦਿਬਾਚੇ ਦੇ ਵਿੱਚ ਉਹ ਸਾਰੀਆਂ ਗੱਲਾਂ ਲਿਖ ਦਿੱਤੀਆਂ ਨੇ ਕਿ ਕਿਸ ਤਰ੍ਹਾਂ ਕਿਸੇ ਨੇ ਇਹਦਾ ਪ੍ਰੂਫ ਪੜਨ ਦੇ ਚੱਕਰ ਦੇ ਵਿੱਚ ਕਾਪੀ ਕਰਵਾ ਲਈ, ਕਿਸੇ ਨੇ ਕੋਈ ਹੁਣ ਉਹ ਬੰਦੇ ਮਰ ਗਏ ਨੇ ਉਹਨਾਂ ਦਾ ਨਾਂ ਲੈਣਾ ਅੱਛਾ ਨਹੀਂ ਲੱਗਦਾ ਤੇ ਉਹਨਾਂ ਨੇ ਥੋੜਾ ਵਿੱਚੋਂ ਪਰਾਗੇ ਛਾਪ ਦਿੱਤੇ, 2-3 ਬੰਦਿਆਂ ਨੇ ਵਿੱਚੋਂ ਛੋਟੇ ਹਿੱਸੇ ਛਾਪ ਦਿੱਤੇ। ਬਹਰਹਾਲ ਮੈਂ ਫਿਰ ਇਸ ਮੁਸਵਦੇ ਨੂੰ ਸੰਭਾਲ ਕੇ ਰੱਖਤਾ। ਮੈਂ ਕਿਹਾ ਅੱਛਾ ਕੋਈ ਮੁਨਾਸਿਬ ਵਕਤ ਆਏਗਾ। ਇਹ ਕੋਈ 2 ਸਾਲ ਪਹਿਲੇ ਡਾਕਟਰ ਸੁਗਰਾ ਸਦਫ ਨੇ ਪਲਾਕ ਵਾਲਿਆਂ ਨੇ ਕਿਹਾ ਕਿ ਸੁਣਿਆ ਤੁਹਾਡੇ ਕੋਲ ਦਾਮਨ ਦਾ ਮੁਸਵਦਾ ਹੈ। ਮੈਂ ਕਿਹਾ ਯੈਸ। ਉਹਨਾਂ ਨੇ ਕਿਹਾ ਉਹ ਸਾਨੂੰ ਦਿਓ ਤੇ ਇਹ ਡਾਕਟਰ ਸੁਗਰਾ ਸਦਫ ਨੇ ਉਹਨਾਂ ਦੀ ਮਿਹਰਬਾਨੀ ਕੇ ਦਾਮਨ ਨੂੰ ਛਾਪਿਆ ਔਰ ਕਿੱਥੇ ਦੇਖੋ 90-91 ਦੀ ਵਿੱਚ ਇਹਨੂੰ ਸੋਧਿਆ ਗਿਆ ਸੀ ਔਰ ਕਿੱਥੇ ਆ ਕੇ ਇਹਨੂੰ ਛਪਦਿਆਂ 30 ਸਾਲ ਲੱਗ ਗਏ। ਔਰ ਮੈਂ ਸਮਝਣਾ ਕਿ ਇਹ ਸ਼ਾਇਰ ਨਾਲ ਜ਼ਿਆਦਤੀ ਹੈ। ਲੇਕਿਨ ਫਿਰ ਵੀ ਅਗਰ ਸੋਧਿਆ ਗਿਆ ਹੈ ਤੇ ਮੈਂ ਸਮਝਣਾ ਅੱਛਾ। ਫਿਰ ਇਹਦੇ ਤੇ ਲੋਕਾਂ ਨੂੰ ਇਹ ਵੀ ਬੜੇ ਇਤਰਾਜ਼ ਨੇ ਕਿ ਕੋਈ ਉਰਦੂ ਲਿਖਣ ਵਾਲਾ, ਉਰਦੂ ਪੜ੍ਹਨ ਵਾਲਾ ਇਹ ਕੰਮ ਕਿਉਂ ਕਰੇ। ਇਹ ਪੰਜਾਬੀ ਕਰ ਲੈਂਦੇ ਨਾ ਜਿਨ੍ਹਾਂ ਦੇ ਕਰਨ ਦਾ ਕੰਮ ਸੀਗਾ। ਇੱਕ ਕਮਜ਼ੋਰੀ ਔਰ ਨਾਲਾਇਕੀ ਇਹ ਉਸ ਤੋਂ ਬਾਅਦ ਇਹ ਸਵਾਲ ਬਣਦਾ ਨਹੀਂ। ਮੈਨੂੰ ਕਈ ਲੋਕਾਂ ਨੇ ਇਹਦੇ ਤੇ ਮੈਨੂੰ ਤਾਨੇ ਮਿਹਣੇ ਦਿੱਤੇ ਕਿ ਜੀ ਤੁਸੀਂ ਤੇ ਉਰਦੂ ਲਿਖਦੇ ਪੜ੍ਹਦੇ ਹੋ। ਬਲਕਿ ਉਸ ਵੇਲੇ ਜੰਗ ਦੇ ਵਿੱਚ ਐਡੀਟਰ ਦੇ ਕੋਲ ਬੰਦੇ ਗਏ ਔਰ ਉਹਨਾਂ ਨੇ ਕਿਹਾ ਜੀ ਉਹ ਤੇ ਉਰਦੂ ਸਪੀਕਿੰਗ ਹੈਗਾ ਤੇ ਉਹਦੇ ਕੋਲੋਂ ਤੁਸੀਂ ਦਾਮਨ ਤੇ ਕੰਮ ਕਰਵਾਇਆ। ਉਹਨਾਂ ਨੇ ਕਿਹਾ ਜੀ ਅਸੀਂ ਇੱਕ ਰਿਸਰਚ ਸਕਾਲਰ ਕੋਲੋਂ ਕੰਮ ਕਰਵਾ ਰਹੇ ਹਾਂ। ਰਿਸਰਚ ਸਕਾਲਰ ਦੀ ਕੋਈ ਜ਼ੁਬਾਨ ਤੇ ਹੋਏਗੀ ਨਾ।
ਮੈਨੂੰ ਬੁਲਵਾਇਆ, ਉਹਨਾਂ ਨੇ ਪੁੱਛਿਆ ਤੁਹਾਡੀ ਜ਼ੁਬਾਨ ਕੀ ਹੈ, ਮੈਂ ਕਿਹਾ ਮੈਂ ਪੰਜਾਬੀ ਹਾਂ। ਕਹਿੰਦੇ ਉਹ ਤੇ ਕਹਿੰਦੇ ਨੇ ਕਿ ਤੁਸੀਂ ਉਰਦੂ ਸਪੀਕਿੰਗ ਹੋ। ਮੈਂ ਕਿਹਾ ਸ਼ੁਕਰ ਹੈ ਅੱਲਾਹ ਪਾਕ ਦਾ ਕਿ ਅਗਰ ਮੈਂ ਉਰਦੂ ਇੰਨੀ ਅੱਛੀ ਬੋਲ ਸਕਣਾ ਕਿ ਲੋਕਾਂ ਨੂੰ ਇਹ ਗੁਮਾਨ ਗੁਜ਼ਰੇ। ਲੇਕਿਨ ਮੈਂ ਕਿਹਾ ਮੈਂ ਕਿਉਂ ਛੁਪਾਵਾਂ ਕਿ ਮੇਰੀ ਮਾਂ ਜਿਹੜੀ ਉਹ ਪੰਜਾਬੀ ਹੈ, ਠੀਕ ਹੈ ਨਾ। ਤੇ ਮੈਨੂੰ ਤਾਂ ਬੜੀ ਖੁਸ਼ੀ ਹੋਈ ਹੈ ਕਿ ਮੈਂ ਦਾਮਨ ਦੇ ਉੱਤੇ ਕੰਮ ਕਰਾਂ। ਉਸ ਤੋਂ ਬਾਅਦ ਮੈਂ ਦੇਖੋ ਨਾ ਮੇਰੀ ਪੰਜਾਬੀ ਦੇ ਆਪਣੇ ਮਜਮੂਏ ਆਏ ਨੇ। ਇਹ ਮੇਰੀ ਜਿਹੜੀ ਕਿਤਾਬ ਛਪੀ ਹੈ ਮੇਰਾ ਦਿਲ ਫਾਖਤਾ ਦਾ ਆਲਣਾ ਹੈ, और दूसरी किताब है हुण इंडिया तो छपी है जी, गुरमुखी लिपि च छपी है। लिपि अंतर उन्होंने किया है हरप्रीत कौर होरा ने, वो प्रोफेसर ने अपना महात्मा गांधी यूनिवर्सिटी च। गुड। तो उन्होंने छापी उतों का नाम उन्होंने रखा है अपना मैं लाम दी जंज दा लाड़ा हाँ। मैं लाम दी जंज दा लाड़ा हाँ। आहा, एक तो असी लाम दा कहने ना जरा हटवा, लेकिन ये लाम जी है आम लोगों वास्ते तो लिए तो नहीं, मैं गुस्ताखी कर सकता। नहीं क्यों गुनाहगार कर दे डॉक्टर साहब? जंग दे माने च मैं लाम दी जंज दा लाड़ा। वाह वाह वाह। ते उन्होंने छापी है। तो इसी तरह हुण मेरी नवी किताब भी बिल्कुल तैयार पई है पंजाबी दी। सो मैं समझना कि अदीब नूं बहरहाल अपनी उर्दू भी जाहिर है कि साडी जुबान है, लेकिन मेरे दिल ते एक बार कर्ज है सी अपनी मां बोली दा, मैं उन्होंने अदा करने की कोशिश कर रहा अजकल, और मैं पंजाबी दे विच काम कर रहा। रब करे छेती सिरे लगे और बहुत सारियां गल्लां ਜਿਹੜੀਆਂ ਉਹ ਆਪ ਹੀ ਦਮ ਤੋੜ ਜਾਣਗੀਆਂ। ਹੁਣ ਮੈਂ ਜ਼ਰਾ ਉਸ ਡਾਕਟਰ ਜਵਾਜ਼ ਜਾਫਰੀ ਵੱਲ ਆਉਣਾ ਹੈ ਜਿਹਦੇ ਨਾਲ ਮੇਰਾ ਪਹਿਲਾ ਵਾਹ 2001 ਚ ਉਦੋਂ ਪਿਆ ਜਦੋਂ ਰੇਡੀਓ ਪਾਕਿਸਤਾਨ ਦੀ ਇੱਕ ਪ੍ਰੋਡਿਊਸਰ ਇੱਕ ਕਿਤਾਬ ਲਿਖਾ ਕੇ ਪੜ੍ਹਨ ਡਈ ਸੀਗੀ ਤੇ ਹੱਸਣ ਡਈ ਸੀਗੀ, ਤੇ ਉਹ ਮੇਰਾ ਤਜੱਸੁਸ ਬਣਿਆ ਕਿ ਇਹ ਕਿਤਾਬ ਕਿਹੜੀ ਹੈ। ਉਹ ਕਿਤਾਬ ਮੈਂ ਉਧਾਰੀ ਲਈ ਤੇ ਉਹ ਮੈਨੂੰ ਇਨਕਸ਼ਾਫ ਹੋਇਆ ਕਿ ਇਹ ਤੇ ਕਿਸੇ ਬੰਦੇ ਨੇ ਆਪਣੀ ਮਹਿਬੂਬਾ ਦੇ ਸਾਰੇ ਰੁਕੇ ਹੀ ਛਾਪ ਛੱਡੇ, ਤੇ ਉਦੋਂ ਫਿਰ ਮੈਨੂੰ ਪਤਾ ਲੱਗਾ ਕਿ ਇਹ ਕੰਮ ਕਿਹਨੇ ਕੀਤਾ ਹੈ। ਅੱਜ ਮੈਂ ਆਪਣੇ ਸੁਣਨ ਵਾਲਿਆਂ ਦੇ ਰੂਬਰੂ ਉਸੇ ਡਾਕਟਰ ਜਵਾਜ਼ ਜਾਫਰੀ ਨੂੰ ਕਰ ਰਿਹਾ। ਡਾਕਟਰ ਸਾਹਿਬ, ਉਹ ਕਿਤਾਬ ਲਿਖਾਰੀ ਬਹੁਤ ਕੁਝ ਲਿਖਦਾ ਹੈ, ਤੁਹਾਡਾ ਤਹਿਕੀਕ ਦਾ ਕੰਮ, ਤੁਹਾਡਾ ਖੋਜ ਦਾ ਕੰਮ, ਤੁਹਾਡਾ ਤਰਜਮਿਆਂ ਦਾ ਕੰਮ, ਤੁਹਾਡਾ ਚੜ੍ਹਦੇ ਲੈਂਦੇ ਦੇ ਵਿੱਚ ਜਿਹੜਾ ਛਪਿਆ ਕੰਮ ਆ, ਕਿਸੇ ਸ਼ੈ ਦੀ ਮਾਨਤਾ ਤੋਂ ਅਸੀਂ ਇਨਕਾਰੀ ਨਹੀਂ। ਪਰ ਉਹ ਜਿਹੜੀ ਡਾਈਜੈਸਟ ਪੜ੍ਹਨ ਵਾਲੀਆਂ ਕੁੜੀਆਂ ਦੀ ਇੱਕ ਟੋਲੀ ਸੀਗੀ, ਉਹ ਸਾਰੀਆਂ ਤੱਕ ਤੁਸੀਂ ਆਪਣੀ ਕਿਤਾਬ ਪੜ੍ਹਾਤੀ। ਇਹ ਖਿਆਲ ਕਿੱਦਾਂ ਅੰਦਰ ਆਇਆ ਕਿ ਇਹ ਕੰਮ ਜਿਹੜਾ ਕੋਈ ਨਹੀਂ ਕਰਦਾ ਤੁਸੀਂ ਉਹ ਕਰ ਮਾਰਿਆ? थैंक यू वेरी मच। ਇਹਨੂੰ ਕਹਿੰਦੇ ਨੇ ਗੜੇ ਮੁਰਦੇ ਉਖਾੜਨਾ। ਇਹ ਅਸਲ 'ਚ ਮੈਨੂੰ ਖਿਆਲ ਇਸ ਤਰ੍ਹਾਂ ਆਇਆ ਕਿ ਜਵਾਨੀ 'ਚ ਇੱਕ ਜ਼ਾਹਿਰ ਮੈਂ ਪੜ੍ਹਦਾ ਸੀ ਯੂਨੀਵਰਸਿਟੀ 'ਚ, ਇੱਕ ਮੁਹੱਬਤ ਹੋਈ ਤੇ ਉਹਦੇ ਬਾਰੇ 'ਚ ਮੁਹੱਬਤ ਦੇ ਬਾਰੇ 'ਚ ਮੈਂ ਦੇਖਦਾ ਸੀ ਲੋਕ ਲੁਕ ਮਿਲਦੇ ਸੀ, ਲੁਕ ਕੇ ਯਾਨੀ ਇਤਰਾਫ ਨਹੀਂ ਸੀ ਕਰਦੇ ਮੁਹੱਬਤ ਦਾ। ਕਿਤੇ ਇਕੱਠੇ ਟੁਰੇ ਜਾਂਦੇ ਹੁੰਦੇ ਸੀ ਤੇ ਕਹਿਣਾ ਕਿ ਅੱਛਾ ਤੂੰ ਪਿੱਛੇ ਆ, ਮੈਂ ਅੱਗੇ ਜਾਣਾ। तो मैं क्या कि यार या तो फिर बंदा मोहब्बत करे ही ना, कि अगर ये ऐसी चीज़ है कि तुसी इनू एहतराम ही नहीं दे सकते इस रिश्ते नूं, और तुहाडी नज़र च इहदी कोई अहमियत नहीं, कोई समाज इनू कोई मतलब अहमियत नहीं दिंदा, तो फिर तुसी करदे क्यों? सो मैं समझा कि मोहब्बत कोई ऐसी चीज़ नहीं है जिहदे तो शर्माया जाए या जिहदे तो जिन्हों लुकाया जाए। मोहब्बत बड़ी इज्जत और एहतराम नाल हो सकती है और इहदा ऐलान भी हो सकता है। अच्छा, सो मेरी ਜਿਹੜੀ ਦੋਸਤ ਸੀ ਉਹ ਬੜੀ ਅੱਛੀ, ਉਹ ਵੀ ਲਿਖਣ ਪੜ੍ਹਨ ਵਾਲੀ ਖਾਤੂਨ ਸੀ, ਬੇਸਿਕਲੀ ਪੇਂਟਰ ਸੀ ਤੇ ਨਾਲ ਲਿਖਤੀ ਪੜ੍ਹਦੀ ਵੀ ਸੀ ਜ਼ਾਹਿਰ ਹੈ। ਤੇ ਮੈਂ ਵੀ ਲਿਖਦਾ ਪੜ੍ਹਦਾ ਸੀ ਉਸ ਜ਼ਮਾਨੇ ਤੱਕ। ਜਦੋਂ ਮੈਂ ਯੂਨੀਵਰਸਿਟੀ 'ਚ ਪੜ੍ਹਦਾ ਸੀ ਮੇਰੀਆਂ 2-3 ਕਿਤਾਬਾਂ ਛਪ ਚੁੱਕੀਆਂ ਸੀ। ਸੋ ਖਿਆਲ ਆਇਆ ਕਿ ਉਹ ਜਿਹੜੇ ਖਤ ਸਨ ਨਾ, ਉਹ ਕਿਤੇ ਬਾਅਦ ਕਰੀਬੀ ਦੋਸਤ ਜਿਹੜੇ ਰੂਮਮੇਟ ਹੁੰਦੇ ਨੇ ਉਹਨਾਂ ਨੇ ਪੜ੍ਹੇ, ਉਹਨਾਂ ਕਿਹਾ ਇਹ ਤੇਰੀਆਂ ਤਹਿਰੀਰਾਂ ਨੇ ਤੇ ਇਹ ਇਹਨਾਂ ਨੂੰ ਇਸ ਤਰ੍ਹਾਂ ਸੁੱਟਣ ਵਾਲੀਆਂ ਨਹੀਂ ਹੈਗੀਆਂ, ਇਹਨਾਂ ਨੂੰ ਸ਼ਾਇਆ ਕਿਉਂ ਨਾ ਕੀਤਾ ਜਾਏ। ਮੈਂ ਕਿਹਾ ਕਿ ਯਾਰ ਇਹਦੇ ਵਿੱਚ ਜ਼ਾਹਿਰ ਹੈ ਮੈਂ ਇਕੱਲਾ ਨਹੀਂ ਹੈਗਾ, ਇਹਦੇ ਨਾਲ ਇੱਕ ਹੋਰ ਨਾਮ ਹੀ ਜੁੜਿਆ ਹੋਇਆ। ਤੇ ਉਹਨਾਂ ਨੇ ਕਿਹਾ ਕਿ ਯਾਰ ਉਹਨਾਂ ਨੂੰ ਵੀ ਪੁੱਛੋ। ਅੱਛਾ। ਤੇ ਜਦੋਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਕਿ ਠੀਕ ਹੈ, ਅਗਰ ਇਹ ਇਹਨਾਂ ਦੀ ਕੋਈ ਲਿਟਰੇਰੀ ਵੈਲਿਊ ਹੈਗੀ ਹੈ ਤੇ ਛਾਪ ਦਿਓ। ਠੀਕ ਹੈ ਨਾ, ਬੜਾ ਵੱਡਾ ਦਿਲ ਵੀ। ਹਾਂ, ਸੋ ਸ਼ਾਇਦ ਉਸ ਵੇਲੇ ਤੱਕ ਇਹ ਯਕੀਨ ਸੀ ਕਿ ਅਸੀਂ ਮੁਸਤਕਬਲ ਦੇ ਵਿੱਚ ਮਿਲ ਕੇ ਜ਼ਿੰਦਗੀ ਗੁਜ਼ਾਰਨੀ ਹੈ ਤੇ ਕੀ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ। ਠੀਕ ਹੈ ਨਾ, ਅਗਰਚੇ ਐਸਾ ਨਹੀਂ ਹੋ ਸਕਿਆ, ਸਾਰੇ ਖਾਬ ਜਿਹੜੇ ਪੂਰੇ ਨਹੀਂ ਹੁੰਦੇ, ਲੇਕਿਨ ਉਹ ਕਿਤਾਬ ਜਿਹੜੀ ਵਾਇਰਲ ਛਪ ਗਈ। ਉਹ ਫਿਰ ਇੰਨੀ ਕੁ ਛਪੀ ਕਿ ਉਹਦੇ ਵੀ 22 ਐਡੀਸ਼ਨ ਜਿਹੜੇ ਹੁਣ ਤੱਕ ਛਪੇ ਨੇ। ਔਰ ਮੇਰਾ ਖਿਆਲ ਹੈ ਕਿ ਉਸ ਜ਼ਮਾਨੇ 'ਚ ਹੁਣ ਤੇ ਦੁਨੀਆ ਬਹੁਤ ਮਾਦੀ ਹੁੰਦੀ ਜਾ ਰਹੀ ਹੈ। ਹੁਣ ਦੇ ਲੋਕ ਜਿਹੜੇ ਨੇ ਉਹ ਤੁਹਾਡੀ ਹੈਸੀਅਤ, ਤੁਹਾਡੇ ਦੇਖਦੇ ਨੇ ਕਿ ਕਿੰਨੇ ਕਨਾਲ ਦਾ ਘਰ ਹੈ, ਕਿਹੜੀ ਗੱਡੀ ਦਾ ਮਾਡਲ ਕੀ ਹੈ।
ਹੁਣ ਤੇ ਉਹ ਤੁਹਾਡੇ ਬੈਂਕ ਬੈਲੈਂਸ ਤੋਂ ਦੇਖਦੇ, ਲੇਕਿਨ ਉਸ ਜ਼ਮਾਨੇ 'ਚ ਤੋਹਫੇ ਤਹਾਇਫ ਵੀ ਕਿਤਾਬਾਂ ਹੁੰਦੀਆਂ ਸੀ। ਕਾਰਡਸ ਦੇਣੇ ਤੇ ਖੁਸ਼ ਹੋ ਜਾਣਾ, ਇੱਕ ਕਾਰਡ ਮਿਲਿਆ ਫਲਾਂ ਬੰਦੇ ਨੇ ਕਾਰਡ ਭੇਜਿਆ, ਇੱਕ ਕਿਤਾਬ ਦਿੱਤੀ। ਮੇਰੀ ਕਿਤਾਬ ਜਿਹੜੀ ਯੂਥ ਵਿੱਚ ਬਹੁਤ ਪੜ੍ਹੀ ਗਈ। ਜੀ ਮੈਂ ਇਤਰਾਫ ਕਰ ਰਿਹਾ। ਥੈਂਕ ਯੂ ਵੈਰੀ ਮਚ। ਲੇਕਿਨ ਮੈਂ ਬਹਰਹਾਲ ਫਿਰ ਇਹੋ ਜਿਹੀਆਂ ਚੀਜ਼ਾਂ, ਜਦੋਂ ਮੈਂ ਇਹੋ ਜਿਹੇ ਕੰਮ ਕਰਨਾ ਨਾ ਤੇ ਉਹ ਫਿਰ ਕਰਕੇ ਮੈਂ ਫਿਰ ਭੁੱਲ ਜਾਣਾ, ਫਿਰ ਮੈਂ ਅੱਗੇ ਨਿਕਲ ਜਾਣਾ। ਲੇਕਿਨ ਅੱਜ ਵੀ ਬਹੁਤ ਸਾਰੀਆਂ ਪੀੜ੍ਹੀਆਂ ਨੇ ਜਿਹੜੀਆਂ ਉੱਥੇ ਖਲੋਤੀਆਂ ਔਰ ਕਿਤੇ ਉਹ ਕਿਤਾਬ ਪੁਰਾਣੀ ਲੱਭ ਜਾਵੇ ਤੇ ਉਹਨੂੰ ਉਸੇ ਤਰ੍ਹਾਂ ਮੇਰਾ